ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਬੱਚਿਓ ਆਪਾਂ ਲੈ ਕੇ ਆਏ ਆਂਗੇ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਇਹ ਜਿਹੜਾ ਚੈਪਟਰ ਹੈ, ਇਹ ਪਹਿਲੇ ਪਾਰਟ ਦਾ ਜਿਹੜੀ 12ਵੀਂ ਕਲਾਸ ਦੀ ਆਪਾਂ ਪੋਲੀਟੀਕਲ ਸਾਇੰਸ ਕਰ ਰਹੇ ਹਾਂ ਬੱਚਿਓ, ਉਹਦੇ ਪਹਿਲੇ ਪਾਰਟ ਦਾ ਆਖਰੀ ਚੈਪਟਰ ਹੈ। ਇਹ ਚੈਪਟਰ ਨੰਬਰ 7 ਹੈਗਾ। ਵੈਸੇ ਤੁਹਾਡੀ ਕਿਤਾਬ ਦੇ ਵਿੱਚ ਕੁੱਲ 9 ਚੈਪਟਰ ਦਿੱਤੇ ਹੋਏ ਸੀਗੇ, ਪਰ ਤੁਹਾਡੇ ਸਿਲੇਬਸ ਦੇ ਵਿੱਚ ਪਹਿਲਾ ਅਤੇ ਤੀਜਾ ਚੈਪਟਰ ਹੈ ਨਹੀਂ ਗੇ। ਇਸ ਕਰਕੇ ਤਾਂ ਕੁੱਲ ਬਚਦੇ ਆ 7 ਚੈਪਟਰ। ਤਾਂ ਅੱਜ ਆਪਾਂ ਪਹਿਲੀ ਕਿਤਾਬ ਦਾ ਆਖਰੀ ਚੈਪਟਰ ਲੈ ਕੇ ਆ ਰਹੇ ਹਾਂ, ਜਿਸ ਦਾ ਨਾਂ ਹੈਗਾ ਗਲੋਬਲਾਈਜੇਸ਼ਨ। ਹਾਂਜੀ ਬੱਚਿਓ, ਇਹ ਬਹੁਤ ਹੀ ਆਸਾਨ ਚੈਪਟਰ ਹੈ ਵੀ, ਬਹੁਤ ਹੀ ਆਸਾਨ ਚੈਪਟਰ ਹੈਗਾ। ਇਹਦੇ 'ਚੋਂ ਕਾਫੀ ਸਵਾਲ ਵੀ ਆਉਂਦੇ ਹੈਗੇ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ। ਗਲੋਬਲਾਈਜੇਸ਼ਨ ਦਾ ਮਤਲਬ ਹੁੰਦਾ ਹੈਗਾ ਕਿ ਆਪਾਂ ਦੁਨੀਆ ਦੇ ਨਾਲ ਪੂਰੀ ਤਰ੍ਹਾਂ ਜੁੜ ਚੁੱਕੇ ਹੈਗੇ। ਗਲੋਬਲ ਕੀ ਹੁੰਦਾ? ਗਲੋਬਲ ਹੁੰਦਾ ਵੀ ਧਰਤੀ ਦਾ ਇੱਕ ਗਲੋਬ ਹੁੰਦਾ ਹੈ, ਧਰਤੀ ਦਾ ਇੱਕ ਮਾਡਲ ਹੈ ਜਿਹੜਾ, ਉਹਨੂੰ ਗਲੋਬ ਬੋਲਿਆ ਜਾਂਦਾ ਗਾ। ਗਲੋਬ ਦੇ ਵਿੱਚ ਸਾਰੀ ਦੁਨੀਆ ਦਿਖਾਈ ਜਾਂਦੀ ਹੈ, ਸਾਰੀ ਦੁਨੀਆ ਇੱਕ ਦੂਜੇ ਨਾਲ ਜੁੜੀ ਹੋਈ ਹੈਗੀ। ਤਾਂ ਜਦੋਂ ਫਲੋ ਆਫ ਕੈਪੀਟਲ, ਫਲੋ ਆਫ ਆਈਡੀਆਜ਼, ਫਲੋ ਆਫ ਪੀਪਲ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਫਲੋ ਹੁੰਦਾ ਗਾ ਇਹਨਾਂ ਚੀਜ਼ਾਂ ਦਾ, ਤਾਂ ਉਹ ਗਲੋਬਲਾਈਜੇਸ਼ਨ ਕਹਾਉਂਦਾ ਗਾ। ਜਿਵੇਂ ਕਿ ਅੱਜ ਕੱਲ੍ਹ ਕੋਈ ਵੀ ਦੇਸ਼ ਪੂਰੀ ਤਰ੍ਹਾਂ ਇੰਡੀਪੈਂਡੈਂਟ ਨਹੀਂ ਹੈਗਾ। ਸੋਰੀ, ਸਾਰੀ ਦੁਨੀਆ ਇੱਕ ਦੂਜੇ 'ਤੇ ਨਿਰਭਰ ਹੈਗੀ, ਕਿਸੇ ਨਾ ਕਿਸੇ ਚੀਜ਼ ਲਈ, ਕਿਸੇ ਨਾ ਕਿਸੇ ਆਈਡੀਆ ਲਈ, ਕਿਸੇ ਨਾ ਕਿਸੇ ਕੈਪੀਟਲ ਦੇ ਲਈ। ਤਾਂ ਕਿਸੇ ਨਾ ਕਿਸੇ ਆਈਡੀਆ ਲਈ ਪੂਰੀ ਤਰ੍ਹਾਂ ਉਹ ਇੱਕ ਦੂਜੇ 'ਤੇ ਨਿਰਭਰ ਹੈਗੀ। ਕੋਈ ਵੀ ਦੇਸ਼ ਇੱਕ ਦੂਜੇ ਦੇਸ਼ ਦੀ ਸਹਾਇਤਾ ਬਿਨਾਂ ਕੋਈ ਵੀ ਪ੍ਰੋਡਕਟ ਨਹੀਂ ਬਣਾ ਸਕਦਾ। ਕੋਈ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਗੀ ਵੀ ਜਿਹੜੀ ਦੂਜੇ ਦੇਸ਼ਾਂ ਦੀ ਸਹਾਇਤਾ ਤੋਂ ਬਿਨਾਂ ਪੂਰੀ ਹੋ ਜਾਏ। ਜਿਵੇਂ ਦੇਖਿਓ ਬੱਚਿਓ, ਆਪਾਂ ਗਲੋਬਲਾਈਜੇਸ਼ਨ ਦਾ ਹਿੱਸਾ ਬਣ ਚੁੱਕੇ ਹਾਂ। ਤਾਂ ਆਪਣੇ ਦੇਸ਼ ਦੇ ਵਿੱਚ ਵੀ USA ਦਾ, ਜਰਮਨੀ ਦਾ, ਰਸ਼ੀਆ ਦਾ ਸਾਰਾ ਸਮਾਨ ਮਿਲਦਾ ਗਾ, ਇੰਡੀਆ 'ਚ ਵੀ ਮਿਲਦਾ ਗਾ ਉਹ। ਅਤੇ ਜੇ ਤੁਸੀਂ ਉਹਨਾਂ ਦੇਸ਼ਾਂ ਜਾਓਗੇ ਤਾਂ ਉਹਨਾਂ ਵਿੱਚ ਇੰਡੀਆ ਦਾ ਸਮਾਨ ਵੀ ਮਿਲੂਗਾ, ਚਾਹੇ ਉਹ ਖਾਣ ਪੀਣ ਦਾ ਸਮਾਨ ਹੋਵੇ, ਚਾਹੇ ਉਹ ਪਹਿਨਣ ਦਾ ਸਮਾਨ ਹੋਵੇ। ਤਾਂ ਇਹੀ ਕੰਸੈਪਟ ਕੀ ਹੈਗਾ? ਗਲੋਬਲਾਈਜੇਸ਼ਨ ਹੈਗਾ। ਤਾਂ ਸ਼ੁਰੂ ਕਰਦੇ ਹਾਂ ਬੱਚਿਓ, ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਆਪਾਂ ਗਲੋਬਲਾਈਜੇਸ਼ਨ ਚੈਪਟਰ ਦੇ ਵਿੱਚ ਕੰਸੈਪਟ ਪੜ੍ਹਾਂਗੇ ਗਲੋਬਲਾਈਜੇਸ਼ਨ ਦਾ। ਇਸ ਤੋਂ ਬਾਅਦ ਆਪਾਂ ਇਹਦੇ ਕੌਜ਼ ਪੜ੍ਹਾਂਗੇ ਗਲੋਬਲਾਈਜੇਸ਼ਨ ਦੇ। ਫਿਰ ਇਸ ਤੋਂ ਬਾਅਦ ਇਹਦੇ ਕੀ ਪ੍ਰਭਾਵ ਪੈ ਰਹੇ ਆ, ਇਹਦੇ ਰਾਜਨੀਤਿਕ ਕੀ ਪ੍ਰਭਾਵ ਪੈ ਰਹੇ ਆ, ਇਹਦੇ ਆਰਥਿਕ ਕੀ ਪ੍ਰਭਾਵ ਪੈ ਰਹੇ ਆ, ਇਹਦੇ ਸੱਭਿਆਚਾਰਕ ਕੀ ਪ੍ਰਭਾਵ ਪੈ ਰਹੇ ਆ, ਅਤੇ ਇਹਨੂੰ ਰਜਿਸਟੈਂਸ ਕੌਣ ਦੇ ਰਿਹਾ ਹੈਗਾ, ਕਿਸ ਤਰ੍ਹਾਂ ਇਹਨੂੰ ਰਜਿਸਟੈਂਸ ਮਿਲ ਰਿਹਾ, ਇੰਡੀਆ ਦੇ ਵਿੱਚ ਇਹਨੂੰ ਰਜਿਸਟੈਂਸ ਕਿੱਦਾਂ ਦਾ ਮਿਲ ਰਿਹਾ। ਇਹ ਸਾਰਾ ਕੁਛ ਇਹ ਚੈਪਟਰ ਦੇ ਵਿੱਚ ਆਪਾਂ ਪੜ੍ਹਾਂਗੇ। ਹਾਂਜੀ ਬੱਚਿਓ, ਸ਼ੁਰੂ ਕਰਦੇ ਹਾਂ। ਪਹਿਲਾ ਟੋਪਿਕ ਹੈ ਵੀ ਦਾ ਕੰਸੈਪਟ ਆਫ ਦਾ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਕੰਸੈਪਟ ਕੀ ਹੈ? ਮੈਂ ਪਹਿਲਾਂ ਹੀ ਦੱਸ ਚੁੱਕਿਆ ਗਾ ਵੀ ਇਹ 'ਚ ਆਈਡੀਆ ਦਾ, ਕਰੰਸੀ ਦਾ, ਜਾਂ ਕੈਪੀਟਲ ਦਾ, ਜਾਂ ਪੀਪਲ ਦਾ ਫਲੋ ਆ ਜਿਹੜਾ, ਉਹ ਗਲੋਬਲਾਈਜੇਸ਼ਨ ਕਹਾਉਂਦਾ ਗਾ। ਬਾਕੀ ਦੇਖਦੇ ਹਾਂ ਇਹਦੇ 'ਚ ਸ਼ੁਰੂ ਦੇ ਵਿੱਚ ਨਾ ਕੁਝ ਐਗਜ਼ਾਮਪਲ ਦਿੱਤੇ ਹੋਏ ਹੈਗੇ, ਉਹ ਆਪਾਂ ਦੇਖਦੇ ਹੈਗੇ। ਹਾਂਜੀ, ਦਾ ਕੰਸੈਪਟ ਆਫ ਦਾ ਗਲੋਬਲਾਈਜੇਸ਼ਨ। ਦ ਸਮ ਫਾਰਮਰਜ਼ ਕਮਿਟਡ ਸੂਸਾਈਡ ਬਿਕੋਜ਼ ਦੇਅਰ ਕ੍ਰੋਪਸ ਫੇਲਡ। ਕੁਝ ਕਿਸਾਨਾਂ ਨੇ ਕਹਿੰਦੇ ਆਤਮ ਹੱਤਿਆ ਕਰ ਲਈ ਕਿਉਂਕਿ ਉਹਨਾਂ ਦੀ ਫਸਲ ਫੇਲ ਹੋ ਗਈ। ਦੇ ਹੈਡ ਬੋਟ ਵੈਰੀ ਐਕਸਪੈਂਸਿਵ ਸੀਡਜ਼ ਸਪਲਾਈਡ ਬਾਏ ਏ ਮਲਟੀਨੈਸ਼ਨਲ ਕੰਪਨੀ। ਉਹਨਾਂ ਨੇ ਬਹੁਤ ਹੀ ਮਹਿੰਗੇ ਬੀਜ ਖਰੀਦੇ ਸੀਗੇ ਕਿਸੇ ਮਲਟੀਨੈਸ਼ਨਲ ਕੰਪਨੀ ਤੋਂ। ਮਲਟੀਨੈਸ਼ਨਲ ਕੰਪਨੀ ਉਹ ਹੁੰਦੀ ਹੈ ਜਿਹੜੀ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿੱਚ ਕੰਮ ਕਰਦੀ ਹੈਗੀ, ਪ੍ਰੋਫਿਟ ਕਮਾਉਣ ਦੇ ਇਰਾਦੇ ਨਾਲ ਕੰਮ ਕਰਦੀ ਹੈ, ਉਹਨੂੰ MNC ਬੋਲਦੇ ਆ। ਮੈਨੀ ਰਿਟੇਲ ਸ਼ੌਪਕੀਪਰਜ਼ ਇਨ ਫੀਅਰ। ਬਹੁਤ ਸਾਰੇ ਜਿਹੜੇ ਖੁਦਰਾ ਦੁਕਾਨਦਾਰ ਹੈਗੇ ਉਹ ਡਰ ਦੇ ਵਿੱਚ ਨੇ, ਸਹਿਮ ਦੇ ਵਿੱਚ ਨੇ। ਇਫ ਮੇਜਰ ਇੰਟਰਨੈਸ਼ਨਲ ਕੰਪਨੀਜ਼ ਵਿਲ ਕਮ ਇਨ ਦਾ ਕੰਟਰੀ। ਉਹ ਇਸ ਕਰਕੇ ਸਹਿਮ ਦੇ ਵਿੱਚ ਨੇ, ਡਰ ਦੇ ਵਿੱਚ ਨੇ ਕਿ ਕਿਤੇ ਅੰਤਰਰਾਸ਼ਟਰੀ ਕੰਪਨੀਆਂ ਦੇਸ਼ ਦੇ ਵਿੱਚ ਨਾ ਆ ਜਾਣ, ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਦੇਸ਼ ਦੇ ਵਿੱਚ ਨਾ ਆ ਜਾਣ, ਤਾਂ ਉਹਨਾਂ ਦੀ ਜਿਹੜੀ ਦੁਕਾਨਦਾਰੀ ਆ ਉਹ ਖਤਮ ਹੋ ਜੂਗੀ। ਹਾਂਜੀ, A film producer in Mumbai was accused of stealing the story of his film from another film made in Hollywood. ਇੱਕ ਫਿਲਮ ਪ੍ਰੋਡਿਊਸਰ ਹੈ ਮੁੰਬਈ ਦੇ ਵਿੱਚ, ਉਹਦੇ 'ਤੇ ਇੱਕ ਦੋਸ਼ ਲੱਗਿਆ ਗਾ ਸਟੋਰੀ ਨੂੰ ਚੋਰੀ ਕਰਨ ਦਾ, ਕਿ ਉਹਨੇ ਕਿਸੇ ਜਿਹੜੀ ਹਾਲੀਵੁੱਡ ਦੇ ਵਿੱਚ ਫਿਲਮ ਬਣੀ ਸੀ ਉਹਦੀ ਸਟੋਰੀ ਚੋਰੀ ਕਰ ਲਈ ਹੈ ਅਤੇ ਹੋਰ ਫਿਲਮ ਬਣਾ ਦਿੱਤੀ ਹੈ, ਬੋਲੀਵੁੱਡ ਦੇ ਵਿੱਚ ਉਹ ਫਿਲਮ ਬਣਾ ਦਿੱਤੀ ਹੈ। ਇਹ ਉਹਦੇ 'ਤੇ ਦੋਸ਼ ਲੱਗਿਆ ਗਾ ਸਟੋਰੀ ਚੋਰੀ ਕਰਨ ਦਾ। ਇਹ ਹੋਰ ਐਗਜ਼ਾਮਪਲ ਹੈ, ਇਹ ਗਲੋਬਲਾਈਜੇਸ਼ਨ ਦੀ ਐਗਜ਼ਾਮਪਲ ਹੈ ਵੀ। ਅੱਗੇ ਚੱਲਦੇ ਹਾਂ। ਇਹ ਮਿਲੀਟੈਂਟ ਗਰੁੱਪ ਇਸ਼ੂਡ ਸਟੇਟਮੈਂਟ ਥ੍ਰੈਟਨਡ ਕਾਲਜ ਗਰਲਜ਼ ਹੂ ਵੀਅਰ ਵੈਸਟਰਨ ਕਲੋਥਸ। ਇੱਕ ਅੱਤਵਾਦੀ ਗਰੁੱਪ ਨੇ ਇੱਕ ਡਰਾਵਣੀ ਸਟੇਟਮੈਂਟ ਕਾਲਜ ਦੀਆਂ ਕੁੜੀਆਂ ਲਈ ਜਾਰੀ ਕੀਤੀ ਹੈ, ਕਿ ਜੋ ਉਹਨਾਂ ਲਈ ਜਾਰੀ ਕੀਤੀ ਹੈ ਜੋ ਵੈਸਟਰਨ ਕੱਪੜੇ ਪਾ ਰਹੀਆਂ ਨੇ, ਜੋ ਪੱਛਮੀ ਢੰਗ ਦੇ ਕੱਪੜੇ ਪਾ ਰਹੀਆਂ ਨੇ,
ਉਹਨਾਂ ਵਾਸਤੇ ਅੱਤਵਾਦੀ ਗਰੁੱਪ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ, ਡਰਾਵਣੀ ਸਟੇਟਮੈਂਟ ਜਾਰੀ ਕੀਤੀ ਹੈ। ਹਾਂਜੀ, ਤਾਂ ਇਹਦੇ ਵਿੱਚ ਬੱਚਿਓ ਆਪਾਂ ਕੀ ਪੜ੍ਹਿਆ? ਦੇਖੋ ਵੀ ਉਹ ਫਾਰਮਰ ਹੈਗੇ, ਫਾਰਮਰ ਨੇ ਬਾਹਰੋਂ ਬੀਜ ਖਰੀਦੇ, ਬਾਹਰੋਂ ਬੀਜ ਉਹ ਤਾਂ ਹੀ ਖਰੀਦ ਸਕੇ ਹੋਣਗੇ ਨਾ ਜੇ ਬਾਹਰਲੀ ਕੰਪਨੀ ਕੋਈ ਇੰਡੀਆ 'ਚ ਆਉਣ ਜੋਗੀ ਹੋਈ ਹੈਗੀ। ਜੇ ਬਾਹਰੋਂ ਕੋਈ ਕੰਪਨੀ ਆ ਰਹੀ ਹੈ ਇੰਡੀਆ ਦੇ ਵਿੱਚ ਤਾਂ ਉਹਨਾਂ ਨੇ ਬੀਜ ਖਰੀਦੇ। ਤਾਂ ਇਸ ਕਰਕੇ ਜੇ ਉਹ ਬਾਹਰੋਂ ਕੰਪਨੀ ਇੰਡੀਆ 'ਚ ਆ ਰਹੀ ਹੈ ਤਾਂ ਉਹ ਗਲੋਬਲਾਈਜੇਸ਼ਨ ਹੈਗਾ, ਉਹਦੀ ਇੱਕ ਐਗਜ਼ਾਮਪਲ ਹੋ ਗਈ ਇਹ। ਦੂਜਾ, ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਇੰਡੀਆ 'ਚ ਆ ਰਹੀਆਂ ਨੇ, ਇਹਦੇ ਨਾਲ ਜਿਹੜੀ ਆਪਣੀ ਛੋਟੇ ਸ਼ੌਪਕੀਪਰ ਹੈ ਉਹਨਾਂ ਨੂੰ ਡਰ ਪੈਦਾ ਹੋ ਰਿਹਾ ਹੈਗਾ, ਇਹ ਵੀ ਗਲੋਬਲਾਈਜੇਸ਼ਨ ਦੀ ਉਦਾਹਰਣ ਹੋ ਗਈ। ਜਿਵੇਂ ਕੋਈ ਬਾਹਰਲੀ ਫਿਲਮ ਆਪਣੇ ਇੰਡੀਆ 'ਚ ਦੇਖੀ ਹੋਊ ਕਿਸੇ ਨੇ, ਫਿਰ ਉਹਦੀ ਸਟੋਰੀ ਚੋਰੀ ਹੋਈ ਹੋਊਗੀ, ਇਹ ਵੀ ਇੱਕ ਐਗਜ਼ਾਮਪਲ ਹੋ ਗਈ। ਇਸ ਤਰ੍ਹਾਂ ਹੀ ਮਿਲੀਟੈਂਟ ਗਰੁੱਪ ਨੇ ਇਸੇ ਕਰਕੇ ਸਟੇਟਮੈਂਟ ਜਾਰੀ ਕੀਤੀ ਕਿ ਵੈਸਟਰਨ ਕੱਪੜੇ ਇੰਡੀਆ ਦੀਆਂ ਗਰਲਜ਼ ਨੇ ਜਾਂ ਹੋਰ ਦੇਸ਼ਾਂ ਦੀਆਂ ਗਰਲਜ਼ ਨੇ ਵੀ ਪਾਉਣੇ ਸ਼ੁਰੂ ਕਰਤੇ। ਇਸ ਕਰਕੇ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ, ਤਾਂ ਇਹ ਵੀ ਗਲੋਬਲਾਈਜੇਸ਼ਨ ਦੀ ਇੱਕ ਐਗਜ਼ਾਮਪਲ ਹੋ ਗਈ। ਤਾਂ ਬੱਚਿਓ ਇਹਦੇ ਵਿੱਚ ਆਪਾਂ ਇਹੀ ਸਮਝਿਆ ਗਾ ਕਿ ਜਦੋਂ ਕਿਸੇ ਤਰ੍ਹਾਂ ਦੀ ਕੋਮੋਡਿਟੀ, ਕਿਸੇ ਤਰ੍ਹਾਂ ਦੇ ਕੈਪੀਟਲ ਜਾਂ ਕਿਸੇ ਤਰ੍ਹਾਂ ਦੇ ਆਈਡੀਆਜ਼ ਇੱਕ ਦੇਸ਼ ਤੋਂ ਦੂਜੇ ਦੇਸ਼ 'ਚ ਫਲੋ ਕਰਦੇ ਹੈ, ਉਸਨੂੰ ਗਲੋਬਲਾਈਜੇਸ਼ਨ ਕਿਹਾ ਜਾ ਸਕਦਾ ਗਾ। ਠੀਕ ਹੈ ਬੱਚਿਓ, ਬਹੁਤ ਹੀ ਆਸਾਨ ਹੈ ਇਹ। ਚਲੋ ਹੁਣ ਗਲੋਬਲਾਈਜੇਸ਼ਨ ਦੀ ਇੱਕ ਪਰਿਭਾਸ਼ਾ ਵੀ ਦਿੱਤੀ ਹੈ, ਦੇਖ ਲੈਂਦੇ ਹਾਂ ਆਪਾਂ। ਗਲੋਬਲਾਈਜੇਸ਼ਨ, ਗਲੋਬਲਾਈਜੇਸ਼ਨ ਦੇ ਸਪੈਲਿੰਗ ਗਲਤ ਹੈ ਬੇਟੇ, ਬੀ ਤੋਂ ਬਾਅਦ ਨਾ ਏ ਪਊਗੀ, ਥੋੜ੍ਹੀ ਦੁਰਸਤ ਕਰ ਲਿਓ। It is about the flows of the ideas, capital, commodities, and people. For better life, people go to other countries. Adoption to accept new things and thoughts are the example of the globalization. ਬਿਲਕੁਲ ਵੀ ਇਹ ਕਹਿੰਦਾ ਉਹਨਾਂ ਸਾਰੇ ਫਲੋਜ਼ ਬਾਰੇ ਹੈ, ਉਹਨਾਂ ਸਾਰੇ ਵਹਾਅ ਬਾਰੇ ਹੈ ਜਿਹਦੇ ਵਿੱਚ ਆਈਡੀਆ, ਕੈਪੀਟਲ, ਕੋਮੋਡਿਟੀ ਅਤੇ ਪੀਪਲ ਇੱਕ ਚੰਗੀ ਜ਼ਿੰਦਗੀ ਦੇ ਵਾਸਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਜਾਂਦੇ ਨੇਗੇ, ਉਸਨੂੰ ਗਲੋਬਲਾਈਜੇਸ਼ਨ ਕਿਹਾ ਜਾਂਦਾ ਹੈਗਾ। ਅਤੇ ਉਹ ਬਹੁਤ ਹੀ ਆਸਾਨੀ ਦੇ ਨਾਲ ਦੂਜੀਆਂ ਥਿੰਗਸ ਨੂੰ, ਚੀਜ਼ਾਂ ਨੂੰ ਅਤੇ ਵਿਚਾਰਾਂ ਨੂੰ ਅਪਣਾ ਲੈਂਦੇ ਹੈਗੇ। ਤਾਂ ਇਹ ਸਾਰੀਆਂ ਐਗਜ਼ਾਮਪਲ ਹੋਣਗੀਆਂ ਗਲੋਬਲਾਈਜੇਸ਼ਨ ਦੀਆਂ। ਹਾਂਜੀ, ਇਸ ਨੂੰ ਬੋਲਿਆ ਜਾਂਦਾ ਹੈ ਗਲੋਬਲਾਈਜੇਸ਼ਨ। ਸਿੰਪਲ ਜੀ ਡੈਫੀਨੇਸ਼ਨ ਹੈ ਵੀ ਤੁਸੀਂ ਇਹੀ ਲਿਖਣੀ ਹੈ ਜੇ ਗਲੋਬਲਾਈਜੇਸ਼ਨ ਦੀ ਡੈਫੀਨੇਸ਼ਨ ਤੁਹਾਨੂੰ ਆਉਂਦੀ ਹੈ ਕਿ ਇਟ ਇਜ਼ ਅਬਾਊਟ ਦਾ ਫਲੋਜ਼ ਆਫ ਆਈਡੀਆਜ਼, ਕੈਪੀਟਲ, ਕੋਮੋਡਿਟੀ ਐਂਡ ਪੀਪਲਜ਼। ਫॉर ਬੈਟਰ ਲਾਈਫ ਪੀਪਲ ਗੋ ਟੂ ਅਦਰ ਕੰਟਰੀਜ਼। ਬਸ ਇੰਨਾ ਲਿਖਣਾ ਤੁਸੀਂ। ਹਾਂਜੀ, ਅੱਗੇ ਵਧਦੇ ਹਾਂ ਬੱਚਿਓ। ਕੌਜ਼ ਆਫ ਦਾ ਗਲੋਬਲਾਈਜੇਸ਼ਨ, ਗਲੋਬਲਾਈਜੇਸ਼ਨ ਦੇ ਕਾਰਨ ਕੀ ਨੇਗੇ? ਹਾਂਜੀ, ਕੀ ਕਾਰਨ ਹੈ ਗਲੋਬਲਾਈਜੇਸ਼ਨ ਦੇ? ਪਹਿਲਾ ਕਾਰਨ ਹੈ ਵੀ ਸਭ ਤੋਂ ਪਹਿਲਾਂ ਹੈਗਾ ਟੈਕਨੋਲੋਜੀ। ਬਿਲਕੁਲ ਵੀ ਟੈਕਨੋਲੋਜੀ ਪਹਿਲਾ ਕਾਰਨ ਹੈਗਾ, ਕਿਉਂਕਿ ਜੇ ਟੈਕਨੋਲੋਜੀ ਨਾ ਹੋਵੇ ਤਾਂ ਆਪਾਂ ਵਿਦੇਸ਼ਾਂ ਦੇ ਵਿੱਚ ਆਪਾਂ ਨੂੰ ਜਾਣਾ ਹੀ ਔਖਾ ਹੋ ਜਾਊਗਾ। ਜੇ ਸਮੁੰਦਰੀ ਜਹਾਜ਼ ਨਾ ਬਣਿਆ ਹੁੰਦਾ, ਹਵਾਈ ਜਹਾਜ਼ ਨਾ ਬਣਿਆ ਹੁੰਦਾ ਤਾਂ ਆਪਾਂ ਨੂੰ ਵਿਦੇਸ਼ਾਂ ਦੇ ਵਿੱਚ ਪਹੁੰਚਣਾ ਬਹੁਤ ਔਖਾ ਸੀ, ਆਪਣੀਆਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਪਹੁੰਚਾਉਣਾ ਬਹੁਤ ਔਖਾ ਸੀਗਾ। ਜੇਕਰ ਫੋਨ ਨਾ ਬਣਿਆ ਹੁੰਦਾ, ਮੋਬਾਈਲ ਫੋਨ ਨਾ ਬਣਿਆ ਹੁੰਦਾ ਤਾਂ ਆਪਾਂ ਨੂੰ ਆਪਦੇ ਵਿਚਾਰ, ਆਪਣੇ ਮੈਸੇਜ ਸੈਂਡ ਕਰਨੇ ਬਹੁਤ ਮੁਸ਼ਕਿਲ ਹੋਣੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਤਾਂ ਟੈਕਨੋਲੋਜੀ, ਜੇ ਕੋਈ ਪ੍ਰਿੰਟਰ ਨਾ ਬਣਿਆ ਹੁੰਦਾ ਤਾਂ ਆਪਾਂ ਨੂੰ ਕੋਈ ਚੀਜ਼ ਛਾਪ ਕੇ ਆਪਦੀ ਇਨਫੋਰਮੇਸ਼ਨ ਦੇਣੀ ਬਹੁਤ ਮੁਸ਼ਕਿਲ ਹੋਣੀ ਸੀਗੀ। ਤਾਂ ਟੈਕਨੋਲੋਜੀ ਦਾ ਬਹੁਤ ਵੱਡਾ ਹੱਥ ਹੈਗਾ ਗਲੋਬਲਾਈਜੇਸ਼ਨ ਨੂੰ ਵਧਾਉਣ ਦੇ ਵਿੱਚ। ਹਾਂਜੀ, ਦੇਖਦੇ ਹਾਂ ਵੀ ਅੱਗੇ। ਟੈਕਨੋਲੋਜੀ, ਪਹਿਲਾ ਕਾਰਨ ਹੈ ਵੀ ਟੈਕਨੋਲੋਜੀ। The invention of the telegraph, the telephone and the microchip are the good source of communication। ਬਿਲਕੁਲ ਵੀ ਕਹਿੰਦੇ ਟੈਲੀਗ੍ਰਾਫ ਅਤੇ ਟੈਲੀਫੋਨ ਦੀ ਖੋਜ ਜਾਂ ਮਾਈਕਰੋਚਿਪ ਦੀ ਖੋਜ ਨੇ ਇਹਨਾਂ ਦੀ ਖੋਜ ਹੋਈ ਅਤੇ ਇਹ ਕਮਿਊਨੀਕੇਸ਼ਨ ਦੇ ਬਹੁਤ ਹੀ ਮਹੱਤਵਪੂਰਨ ਸੰਸਾਧਨ ਬਣ ਗਏ ਨੇਗੇ। ਬਿਲਕੁਲ ਜੀ, ਬੈਟਵੀਨ ਡਿਫਰੈਂਟ ਪਾਰਟਸ ਆਫ ਦਾ ਵਰਲਡ, ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕਮਿਊਨੀਕੇਸ਼ਨ ਕਰਨ ਦੇ ਬੈਟਰ ਸੋਰਸ ਬਣ ਗਏ ਨੇ, ਬਹੁਤ ਹੀ ਮਹੱਤਵਪੂਰਨ ਸੰਸਾਧਨ ਬਣ ਗਏ ਨੇ ਕਮਿਊਨੀਕੇਸ਼ਨ ਦੇ। ਬਿਲਕੁਲ ਜੀ, ਹੈਗੇ ਨੇਗੇ। ਇੱਕ ਤਾਂ ਇਹ ਕਾਰਨ ਹੋ ਗਿਆ ਵੀ। ਦੂਜਾ, the ability of ideas, capital, commodity and people to move more easily from one part of the world to another has been made possible largely by technology advances। ਮੈਂ ਪਹਿਲਾਂ ਹੀ ਦੱਸ ਕੇ ਹਟਾਂਗਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਆਪਾਂ ਨੂੰ ਆਈਡੀਆ, ਕੈਪੀਟਲ ਅਤੇ ਕੋਮੋਡਿਟੀ, ਪੀਪਲ ਨੂੰ ਮੂਵ ਕਰਨ ਦੇ ਲਈ ਬਹੁਤ ਸਾਰੀਆਂ ਮੋਡ ਮਿਲ ਗਏ, ਜਿਵੇਂ ਕਿ ਟਰਾਂਸਪੋਰਟ ਮੋਡ ਮਿਲ ਗਏ, ਜਿਵੇਂ ਕਿ ਪਲੇਨ ਮਿਲ ਗਿਆ, ਟ੍ਰੇਨ ਮਿਲ ਗਈ, ਜਾਂ ਆਪਾਂ ਨੂੰ ਸ਼ਿਪ ਮਿਲ ਗਿਆ। ਇਹ ਕਾਹਦੇ ਕਰਕੇ ਹੋਇਆ? ਇਹ ਹੋਇਆ ਟੈਕਨੋਲੋਜੀ ਕਰਕੇ। ਜੇ ਟੈਕਨੋਲੋਜੀ ਆਈ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਬਣਾ ਸਕੇ ਅਤੇ ਇੱਕ ਦੂਜੇ ਦੇ ਦੇਸ਼ 'ਚ ਆਪਾਂ ਨੂੰ ਜਾਣਾ ਸੌਖਾ ਹੋ ਗਿਆ। ਇਹ ਟੈਕਨੋਲੋਜੀ ਕਾਰਨ ਹੀ ਇਹ ਹੈਗਾ। ਅੱਗੇ, we can interconnect with the rest of the world and can recognize the major problem like the bird flu or tsunami and can prepare for it। ਬਾਕੀ ਜਦੋਂ ਆਪਾਂ ਸਾਰੀ ਦੁਨੀਆ ਨਾਲ ਜੁੜ ਗਏ ਤਾਂ ਆਪਾਂ ਨੂੰ ਜੋ ਚੀਜ਼ਾਂ, ਮੰਨ ਲਓ ਇੱਕ ਦੇਸ਼ ਦੇ ਵਿੱਚ ਕੋਈ ਪਰਟੀਕੁਲਰ ਬਿਮਾਰੀ ਫੈਲ ਗਈ ਹੈ ਤਾਂ ਉਹ ਬਿਮਾਰੀ ਦੂਜੇ ਦੇਸ਼ ਵੀ ਫੈਲ ਸਕਦੀ ਹੈਗੀ।
ਤਾਂ ਦੂਜੇ ਦੇਸ਼ ਵੜ ਸਕਦੀ ਹੈ, ਤਾਂ ਉਹਨਾਂ ਦੇ ਆਪਾਂ ਨੂੰ ਉਹਨਾਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਆਪਾਂ ਇੰਟਰਕਨੈਕਟਡ ਹਾਂ ਇੱਕ ਦੂਜੇ ਦੇਸ਼ ਦੇ ਨਾਲ। ਉਹਨਾਂ ਦਾ ਸਮਾਨ ਵੀ ਇੱਕ ਦੂਜੇ ਦੇਸ਼ 'ਚ ਆਉਂਦਾ, ਲੋਕ ਵੀ ਆਉਂਦੇ ਹੈਗੇ। ਤਾਂ ਇਹਨਾਂ ਦੇ ਨਾਲ ਕੀ ਹੈ, ਆਪਾਂ ਨੂੰ ਦੂਜੀਆਂ ਬਿਮਾਰੀਆਂ ਦਾ ਹੀ ਸਾਹਮਣਾ ਕਰਨਾ ਪਊ। ਇਹ ਵੀ ਗਲੋਬਲਾਈਜੇਸ਼ਨ ਦਾ ਕਾਰਨ ਹੀ ਹੋ ਗਿਆ। ਉਹ ਬਿਮਾਰੀਆਂ ਇੱਕ ਦੂਜੇ ਦੇਸ਼ ਦੇ ਜੁੜੇ ਹੋਣ ਕਾਰਨ ਆਪਾਂ ਨੂੰ ਸਾਹਮਣਾ ਕਰਨਾ ਪਊਗਾ, ਅਤੇ ਆਪਾਂ ਨੂੰ ਉਹਦੇ ਵਾਸਤੇ ਪ੍ਰਪੇਅਰ ਰਹਿਣਾ ਪਊਗਾ। ਹਾਂਜੀ ਬਿਲਕੁਲ, ਇਹ ਵੀ ਇੱਕ ਕਾਰਨ ਹੋ ਗਿਆ। ਜਿਵੇਂ ਸੁਨਾਮੀ ਆ ਗਈ, ਆਪਾਂ ਉਹਦੀ ਸਹਾਇਤਾ ਕਰਾਂਗੇ। ਜਾਪਾਨ 'ਚ ਸੁਨਾਮੀ ਆ ਗਈ, ਸਹਾਇਤਾ ਕਰਾਂਗੇ ਆਪਾਂ, ਕਿਉਂਕਿ ਆਪਾਂ ਨਾਲ ਜੁੜੇ ਹੋਏ ਹੈਗੇ। ਜੇ ਕੋਈ ਬਰਡ ਫਲੂ ਕੋਈ ਬਿਮਾਰੀ ਆ ਗਈ ਅਫਰੀਕਾ ਦੇ, ਮੰਨ ਲਓ ਕਿਸੇ ਕੰਟਰੀ 'ਚ ਕੋਈ ਬਿਮਾਰੀ ਆ ਗਈ, ਉਹਨੂੰ ਠੀਕ ਕਰਨਾ ਗਾ, WHO ਕੋਈ ਸੈਮੀਨਾਰ ਕਰਵਾਊਗਾ ਜਾਂ WHO ਕੋਈ ਇਨੀਸ਼ੀਏਟਿਵ ਲਊਗਾ, ਤਾਂ ਸਾਰੀ ਦੁਨੀਆ ਦੀ ਸਹਾਇਤਾ ਕਰ ਸਕਦੀ ਹੈਗੀ। ਤਾਂ ਇਹ ਵੀ ਇੱਕ ਗਲੋਬਲਾਈਜੇਸ਼ਨ ਦਾ ਕਾਰਨ ਹੀ ਹੋ ਗਿਆ। ਠੀਕ ਹੈ ਵੀ। ਤਾਂ ਮੇਨ ਇਹਦੇ ਵਿੱਚ ਕਾਰਨ ਆਪਾਂ ਨੂੰ ਕੀ ਦਿਖਿਆ ਹੈਗਾ? ਟੈਕਨੋਲੋਜੀ। ਹਾਂਜੀ ਬਿਲਕੁਲ। ਜਾਂ ਐਂ ਕਹਿ ਸਕਦੇ ਹਾਂ ਵੀ ਇੱਕ ਹੋਰ ਕਾਰਨ ਆਪਾਂ ਜੋੜ ਸਕਦੇ ਹੈਗੇ ਵੀ ਲੋਕਾਂ ਦੀ ਜਿਹੜੀਆਂ ਨੀਡਸ ਆ ਉਹ ਇਨਕਰੀਜ਼ ਹੋ ਗਈਆਂ ਨੇ। ਆਬਾਦੀ ਵਧਣ ਦੇ ਨਾਲ ਨੀਡਸ ਵਧ ਗਈਆਂ ਨੇ। ਨੀਡ ਵਧਣ ਦੇ ਨਾਲ ਇੱਕ ਦੇਸ਼ ਉਹ ਨੀਡਸ ਪੂਰੀਆਂ ਨਹੀਂ ਕਰ ਸਕਦਾ, ਅਤੇ ਇੱਕ ਜਿਹੜੀ ਨੀਡ ਹੈ ਇਹ ਵੀ ਇੱਕ ਕਾਰਨ ਹੈ ਗਲੋਬਲਾਈਜੇਸ਼ਨ ਦਾ। ਹਾਂਜੀ। ਜੇ ਆਪਣੀ ਚੋਇਸਿਸ ਵੱਧ ਗਈਆਂ ਨੇ, ਆਪਣੇ ਦੇਸ਼ 'ਚ ਪੈਦਾ ਹੋ ਰਹੀਆਂ ਚੀਜ਼ਾਂ ਆਪਣੀ ਜਿਹੜੀ ਸੈਟਿਸਫੈਕਸ਼ਨ ਨਹੀਂ ਕਰ ਸਕਦੀਆਂ, ਉਹ ਸੈਟਿਸਫੈਕਸ਼ਨ ਕਰਾਉਣ ਵਾਸਤੇ ਆਪਾਂ ਬਾਹਰਲੇ ਦੇਸ਼ਾਂ 'ਚ ਚੀਜ਼ਾਂ ਲੈਂਦੇ ਹਾਂ, ਬਾਹਰਲੇ ਦੇਸ਼ਾਂ 'ਚ ਆਪ ਜਾਂਦੇ ਹਾਂ, ਬੈਟਰ ਲਾਈਫ ਵਾਸਤੇ ਜਾਂਦੇ ਹਾਂ। ਇਹ ਵੀ ਇੱਕ ਕਾਰਨ ਹੋ ਸਕਦਾ। ਇਹਨੂੰ ਤੁਸੀਂ ਐਡ ਕਰ ਸਕਦੇ ਹੋ, ਬਟ ਇਹ ਬੁੱਕ ਦੇ ਵਿੱਚ ਨਹੀਂ ਲਿਖੀਆਂ, ਮੈਂ ਆਪਣੇ ਆਪ ਦੱਸ ਰਿਹਾ ਤੁਹਾਨੂੰ। ਹਾਂਜੀ। ਅਗਲਾ ਟੌਪਿਕ ਆ ਬੱਚਿਓ, ਪੋਲੀਟੀਕਲ ਕੰਸੀਕੁਐਂਸਿਸ। ਹੁਣ ਦੇਖੋ, ਗਲੋਬਲਾਈਜੇਸ਼ਨ ਦੇ ਕੁਝ ਪ੍ਰਭਾਵ ਤਾਂ ਪੈਣਗੇ ਵੀ, ਕੁਝ ਨਤੀਜੇ ਤਾਂ ਨਿਕਲਣਗੇ ਇਹਦੇ, ਅਤੇ ਇਹਦੇ ਪੋਲੀਟੀਕਲ ਕੰਸੀਕੁਐਂਸਿਸ ਕੀ ਨਿਕਲਣਗੇ ਇਹ ਆਪਾਂ ਕਰਦੇ ਹਾਂ। ਆਪਾਂ ਅੱਗੇ ਪੜ੍ਹਾਂਗੇ ਜਾ ਕੇ ਇਕਨੋਮੀਕਲ ਕੰਸੀਕੁਐਂਸ ਵੀ ਪੜ੍ਹਾਂਗੇ ਅਤੇ ਕਲਚਰਲ ਕੰਸੀਕੁਐਂਸ ਵੀ ਪੜ੍ਹਾਂਗੇ। ਸਾਨੂੰ ਪਹਿਲਾਂ ਪੜ੍ਹਦੇ ਆਂਗੇ ਪੋਲੀਟੀਕਲ ਕੰਸੀਕੁਐਂਸਿਸ। ਹਾਂਜੀ, ਰਾਜਨੀਤਿਕ ਨਤੀਜੇ। ਪਹਿਲਾ ਵੀ, ਟੂ ਪ੍ਰਪੇਅਰ ਗਲੋਬਲ ਪੋਲਿਸੀ ਬਾਏ ਦਾ ਪੋਲੀਟੀਕਲ ਲੀਡਰਜ਼। ਹੁਣ ਦੇਖੋ ਵੀ, ਪਹਿਲਾਂ ਜੇ ਆਪਾਂ ਕਿਸੇ ਦੇਸ਼ ਨਾਲ ਨਹੀਂ ਜੁੜੇ ਹੋਵਾਂਗੇ ਤਾਂ ਸਿਰਫ ਆਪਾਂ ਆਪਦੇ ਦੇਸ਼ ਦੇ ਆਪਣੇ ਲੀਡਰ ਆਪਣੇ ਦੇਸ਼ ਵਾਸਤੇ ਹੀ ਕਾਨੂੰਨ ਬਣਾਉਣਗੇ। ਪਰ ਹੁਣ ਜਿਹੜੇ ਪੋਲੀਟੀਕਲ ਲੀਡਰ ਹੈਗੇ, ਉਹ ਗਲੋਬਲ ਪੋਲਿਸੀ ਨੂੰ ਪ੍ਰਪੇਅਰ ਕਰਨ ਵਾਸਤੇ ਵੀ ਅੱਗੇ ਆ ਸਕਦੇ ਹੈਗੇ। ਬਿਲਕੁਲ ਜੀ। ਅਗਲਾ, ਹੈਲਥ ਸੈਮੀਨਾਰਜ਼ ਰਨਜ਼ ਬਾਏ WHO। WHO ਇੱਕ ਕੀ ਹੈਗੀ? ਗਲੋਬਲ ਸੰਸਥਾ ਹੈਗੀ, ਦੁਨੀਆ ਦੀ ਸੰਸਥਾ ਹੈ। ਜੇ ਦੁਨੀਆ ਦੇ ਵਿੱਚ ਕੋਈ ਮਹਾਂਮਾਰੀ ਆ ਰਹੀ ਹੈ, ਕੋਈ ਬਿਮਾਰੀ ਆ ਰਹੀ ਹੈ, ਤਾਂ ਉਹਨੂੰ ਦੂਰ ਕਰਨ ਵਾਸਤੇ WHO ਹੈਲਥ ਸੈਮੀਨਾਰ ਕਰੂਗੀ ਅਤੇ ਦੁਨੀਆ ਨੂੰ ਪ੍ਰਭਾਵਿਤ ਕਰੂਗੀ, ਜਿਹਦੇ ਵਿੱਚ ਆਪਣਾ ਦੇਸ਼ ਵੀ ਆ ਜਾਊਗਾ। ਅਤੇ ਇਹ ਪੋਲੀਟੀਕਲ ਕੰਸੀਕੁਐਂਸ ਹੀ ਹੋ ਗਿਆ ਵੀ, ਠੀਕ ਹੈ ਵੀ। ਵਰਲਡ ਟ੍ਰੇਡ ਰੈਗੂਲੇਟਡ ਬਾਏ WTO। ਦੁਨੀਆ ਜਿਹੜਾ ਵਪਾਰ ਹੁੰਦਾ ਉਹਨੂੰ ਕੰਟਰੋਲ ਕਰਦਾ WTO, ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਸੈਮੀਨਾਰ ਵੀ ਕਰ ਸਕਦਾ ਇਹ, ਅਤੇ ਕੁਝ ਪਾਬੰਦੀਆਂ ਵੀ ਲਾ ਸਕਦਾ ਹੈਗਾ WTO। ਬਿਲਕੁਲ। UNO ਫੋਰਮਡ ਵਿਦ ਦਾ ਹੈਲਪ ਆਫ ਦਾ ਪੋਲੀਟੀਕਲ ਲੀਡਰਸ। UNO ਵਰਗੀ ਸੰਸਥਾ ਜਿਹੜੀ ਦੁਨੀਆ 'ਚ ਸ਼ਾਂਤੀ ਸਥਾਪਿਤ ਕਰ ਰਹੀ ਹੈ, ਉਹ ਸੰਸਥਾ ਵੀ ਦੁਨੀਆ ਨੇ ਇਕੱਠੀ ਹੋ ਕੇ ਬਣਾਈ। ਦੁਨੀਆ ਦੀ ਦੁਨੀਆ ਨੇ ਦੁਨੀਆ ਨੇ ਇਕੱਠੇ ਹੋ ਕੇ UNO ਦਾ, ਵਰਲਡ ਲੀਡਰ ਨੇ ਇਕੱਠੇ ਹੋ ਕੇ UNO ਦਾ ਨਿਰਮਾਣ ਕੀਤਾ। ਬਿਲਕੁਲ ਜੀ। ਜੇ ਗਲੋਬਲਾਈਜੇਸ਼ਨ ਹੋਇਆ ਤਾਂ ਹੀ ਤਾਂ ਪੋਲੀਟੀਕਲ ਲੀਡਰ ਇਕੱਠੇ ਹੋਏ। ਬਿਲਕੁਲ। ਅੱਗੇ, ਆਲ ਕੰਟਰੀਜ਼ ਵਰਕ ਟੂਗੈਦਰ ਫਾਰ ਐਨੀ ਪ੍ਰੋਬਲਮਜ਼ ਲਾਈਕ ਸੁਨਾਮੀ, ਐਪੀਡੈਮਿਕ, ਟੈਰਰਿਜ਼ਮ ਸੈਕਟਰਾ। ਬਿਲਕੁਲ ਵੀ, ਜੇ ਸਾਰੇ ਦੇਸ਼ ਗਲੋਬਲਾਈਜੇਸ਼ਨ ਕਰਕੇ ਇਕੱਠੇ ਆਏ ਤਾਂ ਉਹਨਾਂ ਦੇ ਨਾਲ ਆਪਾਂ ਜਿਹੜੀਆਂ ਵਰਲਡ ਪ੍ਰੋਬਲਮ ਨੇ, ਜਿਵੇਂ ਸੁਨਾਮੀ ਹੋ ਗਿਆ, ਐਪੀਡੈਮਿਕ ਹੋ ਗਿਆ, ਟੈਰਰਿਜ਼ਮ ਹੋ ਗਿਆ, ਉਹਨਾਂ ਨਾਲ ਨਜਿੱਠਣ ਵਾਸਤੇ ਆਪਾਂ ਇਕੱਠੇ ਹੋ ਸਕਦੇ ਹੈਗੇ। ਪੋਲੀਟੀਕਲ ਲੀਡਰ ਇਕੱਠੇ ਹੋ ਸਕਦੇ ਹੈਗੇ, ਇੱਕ ਪੋਲਿਸੀ ਬਣਾ ਸਕਦੇ ਸਾਰੇ ਦੇਸ਼ ਜੁੜ ਕੇ। ਹਾਂਜੀ। ਅੱਗੇ ਹੈ ਵੀ, ਬਾਏ ਦਾ ਇਨਵੈਂਸ਼ਨ ਆਫ ਕਮਿਊਨੀਕੇਸ਼ਨ ਟੈਕਨੋਲੋਜੀ ਐਂਡ ਮੀਡੀਆ ਸਟੇਟਸ ਬਿਕਮ ਮੋਰ ਪਾਵਰਫੁਲ। ਕੁਝ ਨਵੀਆਂ ਖੋਜਾਂ ਦੇ ਨਾਲ ਕਮਿਊਨੀਕੇਸ਼ਨ, ਜਿਵੇਂ ਕਿ ਟੈਲੀਫੋਨ ਦੀ ਖੋਜ ਹੋ ਗਈ, ਮੋਬਾਇਲ ਦੀ ਖੋਜ ਹੋ ਗਈ, ਇੰਟਰਨੈੱਟ ਦੀ ਖੋਜ ਹੋ ਗਈ। ਇਹਦੇ ਨਾਲ ਕੀ ਹੈਗਾ, ਜਿਹੜੇ ਦੇਸ਼ ਹੈਗੇ ਉਹ ਪਾਵਰਫੁੱਲ ਹੋ ਗਏ ਆ। ਉਹਨਾਂ ਕੋਲ ਜਿਹੜਾ ਡਾਟਾ ਹੈਗਾ ਉਹ ਪਰਮਾਨੈਂਟ ਰਹਿਣ ਲੱਗ ਗਿਆ, ਜਾਂ ਉਹ ਕੁਝ ਤਸਵੀਰਾਂ ਲੈ ਸਕਦੇ ਹੈ, ਕੁਝ ਨਵੀਂ ਟੈਕਨੋਲੋਜੀ ਨਾਲ ਜਲਦੀ ਜਿਹੜੇ ਮੁਜਰਮ ਹੈ ਉਹਨਾਂ ਤੱਕ ਪਹੁੰਚ ਸਕਦੇ ਹੈਗੇ, ਦੇਸ਼ ਦੀ ਸੁਰੱਖਿਆ ਕਰ ਸਕਦੇ ਹੈਗੇ। ਇਹਦੇ ਨਾਲ ਜਿਹੜੇ ਸਟੇਟਸ ਹੈ, ਜਿਹੜੇ ਦੇਸ਼ ਹੈ, ਉਹ ਕੀ ਹੋ ਗਏ ਨੇ? ਪਾਵਰਫੁੱਲ ਹੋ ਗਏ ਨੇ। ਬਿਲਕੁਲ ਵੀ। ਜੇ ਇੱਕ ਦੇਸ਼ ਨੇ, ਜੇ ਅਮੈਰੀਕਾ ਨੇ ਕੋਈ ਖੋਜ ਕਰੀ ਹੈ, ਬ੍ਰਿਟੇਨ ਨੇ ਕੋਈ ਖੋਜ ਕਰੀ ਹੈ, ਹੁਣ ਉਹਨਾਂ ਖੋਜਾਂ ਨਾਲ ਸਾਰੀ ਦੁਨੀਆ ਲਾਭ ਲੈ ਰਹੀ ਹੈ। ਇਹ ਗਲੋਬਲਾਈਜੇਸ਼ਨ ਕਰਕੇ ਤਾਂ ਸੰਭਵ ਹੋਇਆ। ਬਿਲਕੁਲ ਜੀ। ਹਾਂਜੀ। ਅੱਗੇ ਆ ਬੱਚਿਓ, ਕੰਟਰੀਜ਼ ਆਰ ਮੂਵਿੰਗ ਟੂਵਾਰਡਸ ਡਿਵੈਲਪਿੰਗ ਬਾਏ ਯੂਜ਼ ਆਫ ਟੈਕਨੋਲੋਜੀ। ਜਿਹੜੇ ਕੰਟਰੀਜ਼ ਨੇ ਉਹ ਵਿਕਾਸ ਵੱਲ ਵਧ ਰਹੇ ਨੇ ਟੈਕਨੋਲੋਜੀ ਨੂੰ ਯੂਜ਼ ਕਰਕੇ। ਦੇਖੋ, ਇੰਨੀ ਜ਼ਿਆਦਾ ਟੈਕਨੋਲੋਜੀ ਵੱਧ ਗਈ ਹੈ, ਆਪਾਂ ਨੂੰ ਪਾਣੀ ਸਾਫ਼ ਕਰਨਾ, ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣਾ, ਬਿਜਲੀ ਨੂੰ ਪ੍ਰੋਡਿਊਸ ਕਰਨਾ, ਬਿਜਲੀ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ, ਸੜਕ ਬਣਾਉਣਾ, ਸੜਕ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ। ਇਸ ਤੋਂ ਇਲਾਵਾ ਐਗਰੀਕਲਚਰ ਦੇ ਵਿੱਚ ਨਵੀਂ ਨਵੀਂ ਟੈਕਨੋਲੋਜੀ ਆ ਗਈ। ਆਪਾਂ ਐਗਰੀਕਲਚਰ ਦੀ ਪ੍ਰੋਡਕਸ਼ਨ ਵਧਾ ਸਕਦੇ ਹਾਂ, ਬਿਮਾਰੀਆਂ 'ਤੇ ਕੰਟਰੋਲ ਕਰ ਸਕਦੇ ਹਾਂ।
ਹੋਰ ਵੀ ਆਪਾਂ ਬਹੁਤ ਸਾਰੀਆਂ ਜਿਵੇਂ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈਆਂ, ਡਿਫੈਂਸ ਦੇ ਵਿੱਚ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ ਹੈ, ਜਿਹਦੇ ਨਾਲ ਕੀ ਹੋ ਰਿਹਾ, ਦੇਸ਼ ਐਡਵਾਂਸ ਹੋ ਰਹੇ ਹੈਗੇ। ਹਾਂਜੀ, ਬਿਲਕੁਲ ਐਡਵਾਂਸ ਹੋ ਰਹੇ ਹੈਗੇ। All over the world, the old welfare states is now giving way to a more minimalist state that performs certain core functions such as the law and order and security of its citizens. ਕਿ ਸਾਰੀ ਦੁਨੀਆ ਦੇ ਵਿੱਚ ਆਲ ਓਵਰ ਦਾ ਵਰਲਡ ਜਿਹੜੀ ਓਲਡ ਵੈਲਫੇਅਰ ਸਟੇਟ ਹੁੰਦੀ ਸੀ ਨਾ, ਜਿਹੜੀ ਆਪਦੇ ਸਿਟੀਜ਼ਨ ਨੂੰ ਸਿਰਫ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਸੀਗੀ, ਲੋਕਾਂ ਦੀ ਸੁਰੱਖਿਆ, ਆਪਦੇ ਸਿਟੀਜ਼ਨ ਦੀ ਸੁਰੱਖਿਆ ਹੀ ਮੇਨ ਚੀਜ਼ ਹੁੰਦੀ ਸੀਗੀ, ਉਹ ਸਟੇਟ ਹੁਣ ਮੋਰ ਮੀਨੀਮਲ ਸਟੇਟ ਹੋ ਗਈ ਹੈ। ਉਹ ਬਹੁਤ ਹੀ ਘੱਟ ਸੋਚਣ ਲੱਗ ਗਈ ਉਹਨਾਂ ਬਾਰੇ। ਦੈਟ ਪਰਫੋਰਮ ਸਰਟਨ ਕੋਰ ਫੰਕਸ਼ਨ, ਉਹ ਸਿਰਫ ਕੋਰ ਫੰਕਸ਼ਨ ਹੀ ਪਰਫੋਰਮ ਕਰਦੀ ਹੈ, ਸੱਚ ਐਜ ਲਾ ਐਂਡ ਆਰਡਰ ਐਂਡ ਸਿਕਿਉਰਿਟੀ ਆਫ ਇਟ ਸਿਟੀਜ਼ਨਜ਼। ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਦੁਨੀਆ ਤੋਂ ਹੀ ਮਿਲ ਜਾਂਦੀਆਂ ਨੇ ਵੀ, ਜਿਵੇਂ ਕਿ ਵਧੀਆ ਕੋਮੋਡਿਟੀਜ਼, ਚੰਗੀ ਟੈਕਨੋਲੋਜੀ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਸ਼ ਨੂੰ ਆਪਦੇ ਲੋਕਾਂ ਨੂੰ ਮੁਹੱਈਆ ਕਰਾਉਣੀਆਂ ਸੀ, ਉਹ ਹੁਣ ਦੂਜੇ ਦੇਸ਼ਾਂ 'ਚੋਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ ਡਿਊ ਟੂ ਗਲੋਬਲਾਈਜੇਸ਼ਨ। ਇਹ ਵੀ ਇੱਕ ਪੋਲੀਟੀਕਲ ਕਨਸੀਕੁਐਂਸਿਸ ਹੋ ਗਿਆ। ਜਿਹੜਾ ਸਟੇਟ ਹੈਗਾ ਉਹ ਸਿਰਫ ਕੋਰ ਫੰਕਸ਼ਨ 'ਤੇ ਧਿਆਨ ਦੇਣ ਯੋਗ ਹੀ ਰਹਿ ਗਿਆ, ਉਹਨੇ ਸਿਰਫ ਆਪਦੀ ਸਿਟੀਜ਼ਨ ਦੀ ਸੁਰੱਖਿਆ ਹੀ ਕਰਨੀ ਹੈਗੀ ਜਾਂ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ। ਬਿਲਕੁਲ ਜੀ, ਇਹ ਸਭ ਤੋਂ ਵੱਡਾ ਪੋਲੀਟੀਕਲ ਕਨਸੀਕੁਐਂਸਿਸ ਹੈ ਵੀ। The entry and the increased role of MNC all over the world leads to a reduction in the capacity of government to take decision on their own। ਇੱਕ ਇਹ ਵੀ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਤਾਂ ਵੈਸੇ ਵੀ MNC ਦੇ ਬਣਨ ਦੇ ਨਾਲ ਜਾਂ ਉਹਨਾਂ ਦੇ MNC ਦੀ ਐਂਟਰੀ ਅਤੇ ਰੋਲ ਇਨਕਰੀਜ਼ ਹੋਣ ਦੇ ਨਾਲ ਜਿਹੜੀ ਕਿਸੇ ਵੀ ਦੇਸ਼ ਦੀ ਸਰਕਾਰ ਹੈ ਉਹ ਇਕੱਲੀ ਫੈਸਲਾ ਨਹੀਂ ਲੈ ਸਕਦੀ, ਤਾਂ ਉਹਨਾਂ ਨੂੰ MNC ਨੂੰ ਨਾਲ ਬਿਠਾਉਣਾ ਪਊਗਾ, MNC ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਲੈਣੇ ਪੈਣਗੇ, ਇਹ ਕਹਿ ਰਿਹਾ ਹੈਗਾ। ਬਿਲਕੁਲ ਜੀ, ਤਾਂ ਜਿਹੜੀ ਇਹਦੇ ਨਾਲ ਗੌਰਮੈਂਟ ਦੀ ਕਪੈਸਿਟੀ ਹੈ, ਜਿਹੜੀ ਸਮਰੱਥਾ ਉਹ ਘਟੀ ਹੈਗੀ। ਹਾਂਜੀ, ਵੀ ਉਹ ਫੈਸਲੇ ਇਕੱਲੇ ਨਹੀਂ ਲੈ ਸਕਦੇ। ਤਾਂ ਬੱਚਿਓ ਇਹ ਸੀਗੇ ਸਾਰੇ ਪੋਲੀਟੀਕਲ ਕਨਸੀਕੁਐਂਸਿਸ। ਹੁਣ ਆਪਾਂ ਪੜ੍ਹਾਂਗੇ ਇਕਨੋਮਿਕ ਕਨਸੀਕੁਐਂਸਿਸ। ਇਕਨੋਮਿਕ ਕਨਸੀਕੁਐਂਸਿਸ ਕੀ ਹੋਏ ਵੀ, ਆਰਥਿਕ ਨਤੀਜੇ ਕੀ ਨਿਕਲੇ। ਹਾਂਜੀ, ਦ ਫਲੋ ਔਰ ਐਕਸਚੇਂਜ ਆਫ ਕੋਮੋਡਿਟੀਜ਼, ਕੈਪੀਟਲ, ਪੀਪਲ ਐਂਡ ਆਈਡੀਆ ਕਾਲਡ ਇਕਨੋਮਿਕ ਕਨਸੀਕੁਐਂਸਿਸ। ਬਿਲਕੁਲ ਵੀ ਜਿਹੜੀ ਚੀਜ਼ਾਂ ਦੀ ਪੈਸੇ ਦੀ, ਲੋਕਾਂ ਦੀ ਜਾਂ ਵਿਚਾਰਾਂ ਦੀ ਐਕਸਚੇਂਜ ਆ ਜਾਂ ਫਲੋ ਹੈ, ਉਹੀ ਤਾਂ ਇਕਨੋਮਿਕ ਕਨਸੀਕੁਐਂਸ ਨੂੰ ਕਹਿੰਦਾ ਹੈਗਾ। ਵਪਾਰ ਕੀ ਹੁੰਦਾ ਗਾ, ਚੀਜ਼ਾਂ ਨੂੰ ਵੇਚਣਾ। ਇੱਕ ਦੇਸ਼ ਨੇ ਚੀਜ਼ਾਂ ਖਰੀਦੀਆਂ ਨੇ, ਇੱਕ ਦੇਸ਼ ਨੇ ਵੇਚੀਆਂ ਨੇ, ਵਪਾਰ ਹੈਗਾ। ਤਾਂ ਇਹ ਇਕਨੋਮਿਕ ਕਨਸੀਕੁਐਂਸਿਸ ਹੋਣਗੇ। ਦੇਖਦੇ ਹਾਂ ਆਪਾਂ ਕਿ ਪਹਿਲਾ ਪੁਆਇੰਟ ਵੀ ਇਹਨੇ ਕਿਵੇਂ ਪ੍ਰਭਾਵਿਤ ਕੀਤਾ ਆਪਣੀ ਆਰਥਿਕਤਾ ਨੂੰ। ਪਹਿਲਾਂ ਇਸਟੇਬਲਿਸ਼ਮੈਂਟ ਆਫ ਦਾ ਮਲਟੀਨੈਸ਼ਨਲ ਕੰਪਨੀਜ਼। ਦੇਖੋ ਵੀ ਡਿਊ ਟੂ ਗਲੋਬਲਾਈਜੇਸ਼ਨ ਕੀ ਹੋਇਆ ਕਿ ਵੱਡੀ ਪੱਧਰ 'ਤੇ ਮਲਟੀਨੈਸ਼ਨਲ ਕੰਪਨੀਆਂ ਦੀ ਇਸਟੇਬਲਿਸ਼ਮੈਂਟ ਹੋਈ, ਸਥਾਪਨਾ ਹੋਈ। ਦੂਜਾ, more new jobs have been created in the MNCs like cell phone, fast food, etc। ਕਿਸੇ ਦੇਸ਼ ਦੇ ਵਿੱਚ ਮੰਨ ਲਓ USA ਦੇ ਵਿੱਚ ਕੋਈ MNC ਬਣੀ, ਉਹਨੇ ਅਲੱਗ ਅਲੱਗ ਦੇਸ਼ਾਂ 'ਚ ਜਾ ਕੇ ਆਪਣੇ ਜਿਹੜੇ ਯੂਨਿਟ ਹੈ, ਜਿਹੜੀ ਆਪਣੀ ਇੰਡਸਟਰੀ ਆ ਉਹ ਸਥਾਪਿਤ ਕੀਤੀ, ਅਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ, ਜਿੱਥੇ ਉਹ ਇੰਡਸਟਰੀ ਲੱਗੀ ਹੈ ਉੱਥੇ ਬਹੁਤ ਸਾਰੇ ਲੋਕਾਂ ਨੂੰ ਜੋਬ ਮਿਲੀਆਂ, ਬਹੁਤ ਸਾਰੇ ਲੋਕਾਂ ਨੂੰ ਇੰਪਲੋਇਮੈਂਟ ਮਿਲੀ। ਤਾਂ ਬਿਲਕੁਲ ਵੀ ਇਹਦੇ ਨਾਲ ਕੀ ਹੋਇਆ ਗਾ, ਦੁਨੀਆ ਦੇ ਵਿੱਚ ਜ਼ਿਆਦਾ ਜੋਬ ਕ੍ਰੀਏਟ ਹੋਈਆਂ ਨੇਗੀਆਂ, ਚਾਹੇ ਉਹ ਸੈੱਲ ਫੋਨ ਦੀਆਂ ਹੋਣ, ਚਾਹੇ ਫਾਸਟ ਫੂਡ ਦੀਆਂ ਹੋਣ, ਜਿਵੇਂ ਹੋਰ ਬਹੁਤ ਸਾਰੀਆਂ ਨੇਗੀਆਂ। ਹਾਂਜੀ, ਚਾਹੇ ਮਸ਼ੀਨਰੀ ਪ੍ਰੋਡਕਸ਼ਨ ਦੀਆਂ ਹੋਣ। ਰਾਈਜ਼ਿੰਗ ਵਰਲਡ ਟਰੇਡ। ਬਿਲਕੁਲ ਵੀ ਵਰਲਡ ਟਰੇਡ ਦੇ ਵਿੱਚ ਵਾਧਾ ਹੋਇਆ ਵੀ, ਜਦੋਂ ਸਾਰੀ ਦੁਨੀਆ ਨਾਲ ਜੁੜ ਗਈ ਤਾਂ ਇਹਦੇ ਨਾਲ ਵਰਲਡ ਟਰੇਡ ਦੇ ਵਿੱਚ ਵੱਡੀ ਪੱਧਰ 'ਤੇ ਵਾਧਾ ਹੋਇਆ। ਦੇਖੋ ਬੱਚਿਓ, ਗਲੋਬਲਾਈਜੇਸ਼ਨ ਦਾ ਇੱਕ ਬਹੁਤ ਵੱਡਾ ਪ੍ਰਭਾਵ ਇਹ ਵੀ ਪਿਆ ਕਿ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਵੀ ਦੇਸ਼ ਨਹੀਂ ਹੈਗਾ ਜਿਹਦੇ ਵਿੱਚ ਇੱਕ ਚੀਜ਼ ਇੱਕ ਦੇਸ਼ ਦੇ ਮਟੀਰੀਅਲ ਹੀ ਨਹੀਂ ਬਣਦੀ ਹੋਵੇ। ਮੰਨ ਲਓ, ਮੈਂ ਇੱਕ ਐਗਜ਼ਾਮਪਲ ਲੈਂਦੇ ਆਪਾਂ, ਮੰਨ ਲਓ ਇੰਡੀਆ 'ਚ ਕੋਈ ਕਾਰ ਬਣ ਰਹੀ ਹੈਗੀ, ਉਹ ਕਾਰ ਦੇ ਵਿੱਚ ਲੱਗਣ ਵਾਲੇ ਡਿਫਰੈਂਟ ਡਿਫਰੈਂਟ ਪਾਰਟ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਆਉਂਦੇ ਆ। ਉਹਦੇ ਟਾਇਰ ਕਿਤੋਂ ਹੋਰ ਆਉਣਗੇ, ਉਹਦੀ ਬੋਡੀ ਕਿਤੋਂ ਹੋਰ ਆਊਗੀ, ਉਹਦਾ ਪੇਂਟ ਕਿਤੋਂ ਹੋਰ ਆਊਗਾ, ਉਹਦਾ ਗੀਅਰ ਬਾਕਸ ਕਿਤੋਂ ਹੋਰ ਆਊਗਾ, ਉਹਦਾ ਇੰਜਨ ਕਿਤੋਂ ਹੋਰ ਆਊਗਾ। ਅਲੱਗ ਅਲੱਗ ਪਾਰਟਸ ਅਲੱਗ ਅਲੱਗ ਕੰਟਰੀ ਤੋਂ ਆਉਂਦੇ ਆ। ਇਹ ਸਾਰੀ ਦੁਨੀਆ ਇੱਕ ਦੂਜੇ ਦੇਸ਼ 'ਤੇ ਡਿਪੈਂਡ ਹੋ ਚੁੱਕੀ ਹੈ। ਅਤੇ ਇਹ ਵੀ ਹੈ, ਜੇ ਕਿਸੇ ਦੇਸ਼ 'ਤੇ ਕੋਈ ਆਰਥਿਕ ਸੰਕਟ ਆਉਂਦਾ ਹੈ ਜਾਂ ਕਿਸੇ ਦੇਸ਼ 'ਤੇ ਕੋਈ ਹਮਲਾ ਹੁੰਦਾ ਹੈ, ਜਾਂ ਦੇਸ਼ ਦੇ ਵਿੱਚ ਕੋਈ ਅਸਥਿਰਤਾ ਫੈਲ ਗਈ, ਉਹਨੂੰ ਠੀਕ ਕਰਨ ਦੇ ਵਿੱਚ ਫਿਰ ਸਾਰੀ ਦੁਨੀਆ ਭਾਗ ਲੈਂਦੀ ਹੈ। ਉਹਦੇ 'ਚ ਸ਼ਾਂਤੀ ਲਿਆਉਣ ਲਈ ਸਾਰੀ ਦੁਨੀਆ ਭਾਗ ਲੈਂਦੀ ਹੈ। ਕਿਉਂਕਿ ਉਹਦੇ ਤੋਂ ਆਉਣ ਵਾਲਾ ਸਮਾਨ ਰੁਕ ਚੁੱਕਿਆ ਅਤੇ ਉਹਦੇ ਨਾਲ ਦੂਜੀ ਚੀਜ਼ਾਂ ਦੀ ਜਿਹੜੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈਗੀ। ਉਹਦਾ ਸਮਾਨ ਨਹੀਂ ਪੂਰਾ ਹੋ ਰਿਹਾ, ਬਣ ਨਹੀਂ ਰਿਹਾ ਸਮਾਨ, ਪ੍ਰੋਡਕਸ਼ਨ ਨਹੀਂ ਹੋ ਰਹੀ। ਇਸ ਕਰਕੇ ਸਾਰੀ ਦੁਨੀਆ ਇੱਕ ਦੂਜੇ ਦੇ ਨਾਲ ਜੁੜੀ ਹੋਈ ਹੈ। ਇਹ ਦੇਖੋ ਕਿੱਡਾ ਵੱਡਾ ਗਲੋਬਲਾਈਜੇਸ਼ਨ ਦਾ ਇਕਨੋਮਿਕ ਕਨਸੀਕੁਐਂਸਿਸ ਹੈ। ਹਾਂਜੀ, ਇਹਨਾਂ ਟਰੇਡ ਰੇਜ਼ ਹੋ ਗਿਆ। ਹਾਂਜੀ, ਅੱਗੇ ਡਿਵੈਲਪਡ ਕੰਟਰੀਜ਼ ਇਨਵੈਸਟਿੰਗ ਮਨੀ, ਡਿਵੈਲਪਿੰਗ ਕੰਟਰੀਜ਼
ਇਨਵੈਸਟਿੰਗ ਮਨੀ ਇਨ ਦਾ ਡਿਵੈਲਪਿੰਗ ਕੰਟਰੀਜ਼ ਸੋ ਬੋਥ ਕੰਟਰੀ ਗੈਟ ਬੈਨੀਫਿਟਸ। ਬਿਲਕੁਲ ਵੀ ਜਿਹੜੇ ਵਿਕਸਿਤ ਦੇਸ਼ ਹੈ ਉਹ ਘੱਟ ਵਿਕਸਿਤ ਦੇਸ਼ਾਂ ਦੇ ਵਿੱਚ ਕੀ ਕਰ ਰਹੇ ਹੈਗੇ, ਉਹ ਇਨਵੈਸਟ ਕਰ ਰਹੇ ਆ। ਇਹਦੇ ਨਾਲ ਡਿਵੈਲਪਿੰਗ ਕੰਟਰੀ ਨੂੰ ਵੀ ਅਤੇ ਡਿਵੈਲਪ ਕੰਟਰੀ ਨੂੰ ਵੀ ਦੋਨਾਂ ਨੂੰ ਫਾਇਦਾ ਹੋ ਰਿਹਾ ਹੈਗਾ। ਹਾਂਜੀ ਬਿਲਕੁਲ, ਜਦੋਂ ਇਨਵੈਸਟ ਕਰਨਗੇ ਫਾਇਦਾ ਹੋਊਗਾ ਵੀ। ਅੱਗੇ ਵੀ ਸਿਚੁਏਸ਼ਨ ਆਫ IMF, WTO, ਵਰਲਡ ਬੈਂਕ ਆਰ ਵੈਰੀ ਸਟਰੋਂਗ ਐਟ ਪ੍ਰੈਜੈਂਟ ਟਾਈਮ। ਦੇਖੋ ਵੀ ਦੁਨੀਆ ਦੇ ਵਿੱਚ ਕੋਈ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਜਿਵੇਂ ਕਿ IMF, ਇਹ ਹੈਗੀ ਹੈ ਇੰਟਰਨੈਸ਼ਨਲ ਮੋਨੇਟਰੀ ਫੰਡ। ਇਹਦਾ ਹੈਡਕੁਆਟਰ ਹੈਗਾ ਵੀ ਵਾਸ਼ਿੰਗਟਨ DC ਦੇ ਵਿੱਚ, 1945 'ਚ ਬਣੀ ਸੀ। WTO, ਵਰਲਡ ਟ੍ਰੇਡ ਔਰਗੇਨਾਈਜੇਸ਼ਨ, ਇਹ 1995 'ਚ ਬਣਿਆ ਸੀ। ਇਹਦਾ ਹੈਡਕੁਆਟਰ ਜਨੇਵਾ ਦੇ ਵਿੱਚ ਹੈ। ਇਹਦਾ ਮੇਨ ਫੰਕਸ਼ਨ ਹੈਗਾ ਵਰਲਡ ਟ੍ਰੇਡ ਨੂੰ ਰੈਗੂਲੇਟ ਕਰਨਾ ਗਾ, ਕੰਟਰੋਲ ਕਰਨਾ ਗਾ। ਵਰਲਡ ਬੈਂਕ, ਇਹਦਾ ਹੈਡਕੁਆਟਰ ਵੀ ਵਾਸ਼ਿੰਗਟਨ DC 'ਚ ਹੈ। ਇਹ ਵੀ 1945 'ਚ ਬਣਿਆ ਸੀਗਾ। ਆਰ ਵੈਰੀ ਸਟਰੋਂਗ ਐਟ ਪ੍ਰੈਜੈਂਟ ਟਾਈਮ। ਬਿਲਕੁਲ ਵੀ ਦੁਨੀਆ ਦੇ ਵਿੱਚ ਜੇ ਕਿਤੇ ਕੋਈ ਲੋਨ ਵਗੈਰਾ ਦੇਣਾ ਕੰਸਟਰਕਸ਼ਨ ਵਾਸਤੇ, ਕਿਸੇ ਦੇਸ਼ ਨੇ ਸੜਕਾਂ ਬਣਾਉਣੀਆਂ, ਕਿਸੇ ਦੇਸ਼ ਨੇ ਰੇਲਵੇ ਲਾਈਨਾਂ ਵਿਛਾਉਣੀਆਂ ਨੇ, ਤਾਂ ਵਰਲਡ ਬੈਂਕ ਉਹਨੂੰ ਲੋਨ ਦੇ ਸਕਦਾ ਗਾ। ਜੇ ਕਿਸੇ ਦੇਸ਼ 'ਤੇ ਆਰਥਿਕ ਸੰਕਟ ਆ ਗਿਆ, ਉਹਨੂੰ ਲੋਨ IMF ਦੇ ਸਕਦਾ ਗਾ। ਦੇਸ਼ ਦੇ ਕੰਟਰੋਲ ਨੂੰ, ਦੇਸ਼ ਦੇ ਵਪਾਰ ਨੂੰ ਕੰਟਰੋਲ ਕਰਦਾ ਗਾ, ਦੇਸ਼ਾਂ ਦੇ ਵਪਾਰ ਨੂੰ ਕੰਟਰੋਲ ਕਰਦਾ WTO। ਤਾਂ ਇਹਨਾਂ ਦੀ ਪ੍ਰੈਜੈਂਟ ਟਾਈਮ ਕੀ ਹੋ ਗਈ ਹੈ, ਬਹੁਤ ਜ਼ਿਆਦਾ ਮਹੱਤਤਾ ਹੋ ਗਈ ਹੈ ਅਤੇ ਇਹ ਬਹੁਤ ਹੀ ਸਟਰੋਂਗ ਪੋਜੀਸ਼ਨ ਦੇ ਵਿੱਚ ਹੈਗੇ ਨੇਗੇ, ਕਿਉਂਕਿ ਦੁਨੀਆ ਨੇ ਸਮਝ ਲਿਆ ਕਿ ਆਪਾਂ ਗਲੋਬਲਾਈਜੇਸ਼ਨ ਨਾਲ ਜੁੜੇ ਹੋਏ ਹੈਗੇ ਅਤੇ ਇਹਨਾਂ ਤੋਂ ਬਿਨਾਂ ਆਪਾਂ ਅੱਗੇ ਨਹੀਂ ਵੱਧ ਸਕਦੇ। ਅੱਗੇ ਵੀ ਸਰਵਿਸਿਜ਼ ਰਿਗਾਰਡਿੰਗ ਇੰਟਰਨੈਟ ਐਂਡ ਕੰਪਿਊਟਰ ਆਰ ਇਨਕਰੀਜ਼ਿੰਗ ਰੈਪਡਲੀ। ਦੇਖੋ ਵੀ ਹੁਣ 21ਵੀਂ ਸਦੀ ਚੱਲ ਰਹੀ ਹੈ, 21ਵੀਂ ਸਦੀ ਕੰਪਿਊਟਰ ਯੁੱਗ ਦੀ ਹੈਗੀ। ਇਸ ਦੇ ਵਿੱਚ ਇੰਟਰਨੈਟ ਅਤੇ ਕੰਪਿਊਟਰ ਦੀ ਬਹੁਤ ਜ਼ਿਆਦਾ ਮਹੱਤਤਾ ਵੱਧ ਚੁੱਕੀ ਹੈ। ਇਸ ਕਰਕੇ ਹਰ ਇੱਕ ਦੇਸ਼ ਇੰਟਰਨੈਟ ਅਤੇ ਕੰਪਿਊਟਰ 'ਤੇ ਕੀ ਕਰ ਰਿਹਾ ਹੈਗਾ, ਰਿਲਾਏ ਹੋ ਚੁੱਕਿਆ ਹੈਗਾ। ਅਤੇ ਇਹਦੇ ਨਾਲ ਇਹਦੇ ਵਿੱਚ ਬਹੁਤ ਸਾਰੀਆਂ ਸਰਵਿਸ ਹੈ ਜਿਹੜੀਆਂ ਉਹ ਕ੍ਰੀਏਟ ਹੋਈਆਂ ਨੇਗੀਆਂ। ਤਾਂ ਸਰਵਿਸ ਰਿਗਾਰਡਿੰਗ ਇੰਟਰਨੈਟ ਕੰਪਿਊਟਰ ਆਰ ਇਨਕਰੀਜ਼ਿੰਗ ਰੈਪਡਲੀ, ਇਹਦੇ ਵਿੱਚ ਬਹੁਤ ਤੇਜ਼ੀ ਨਾਲ ਜਿਹੜੀਆਂ ਸਰਵਿਸ ਨੇ ਉਹ ਵਧੀਆ ਨੇ। The restriction on the imports and the movement of capital have also been reduced। ਜਿਹੜੀਆਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕੁਝ ਚੀਜ਼ਾਂ ਦੇ ਵਪਾਰ 'ਤੇ ਰੋਕ ਲੱਗ ਜਾਂਦੀ ਸੀ, ਕੁਝ ਚੀਜ਼ਾਂ ਦੇ ਆਯਾਤ ਅਤੇ ਜਾਂ ਨਿਰਯਾਤ 'ਤੇ ਰੋਕ ਲੱਗ ਜਾਂਦੀ ਸੀ, ਉਹ ਹੁਣ ਵੱਡੀ ਪੱਧਰ 'ਤੇ ਘੱਟ ਗਈ ਹੈ, ਕਿਉਂਕਿ ਦੇਸ਼ ਇੱਕ ਦੂਜੇ 'ਤੇ ਡਿਪੈਂਡ ਹੋ ਚੁੱਕੇ ਹੈਗੇ। ਤਾਂ ਜਿਹੜੀਆਂ ਰੋਕਾਂ ਸੀਗੀਆਂ ਕੈਪੀਟਲ ਦੇ ਫਲੋਅ 'ਤੇ ਜਾਂ ਇੰਪੋਰਟ ਕਰਨ 'ਤੇ, ਕੋਮੋਡਿਟੀ ਦੇ ਫਲੋਅ 'ਤੇ ਜਿਹੜੀਆਂ ਰੋਕਾਂ ਸੀ ਉਹ ਕੀ ਹੋ ਚੁੱਕੀਆਂ, ਪੂਰੀ ਤਰ੍ਹਾਂ ਰਿਡਿਊਸ ਹੋ ਚੁੱਕੀਆਂ, ਘੱਟ ਚੁੱਕੀਆਂ। Globalization has also led to the flow of idea across national boundaries। ਗਲੋਬਲਾਈਜੇਸ਼ਨ ਇਸ ਆਈਡੀਆ ਨੂੰ ਵੀ ਲੈਡ ਕਰ ਰਿਹਾ, ਵੀ ਅੱਗੇ ਵਧਾ ਰਿਹਾ ਹੈਗਾ ਕਿ ਨੈਸ਼ਨਲ ਬਾਊਂਡਰੀ ਦੇ ਅਕਰੋਸ ਹੈ ਜਿਹੜੇ ਉਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਵੇ। ਜੇ ਕਿਸੇ ਦੇਸ਼ ਦੇ ਵਿੱਚ ਕੋਈ ਕ੍ਰਾਂਤੀ ਹੋਈ ਹੈ ਜਾਂ ਕਿਸੇ ਦੇਸ਼ ਦੇ ਵਿੱਚ ਚੰਗੀਆਂ ਗੱਲਾਂ ਨੂੰ ਲੈ ਕੇ ਕੋਈ ਨਵਾਂ ਅੰਦੋਲਨ ਸਫਲ ਹੋਇਆ ਗਾ, ਤਾਂ ਉਹਨਾਂ ਵਿਚਾਰਾਂ ਨੂੰ ਵੀ ਦੂਜੇ ਦੇਸ਼ਾਂ 'ਚ ਪਹੁੰਚਾਇਆ ਜਾਣਾ ਚਾਹੀਦਾ ਗਾ, ਜਾਂ ਦੂਜੇ ਦੇਸ਼ ਉਹਨੂੰ ਗੇਨ ਕਰ ਲੈਂਦੇ ਹੈਗੇ। ਜਿਵੇਂ ਅਮੈਰੀਕਾ 'ਚ ਕ੍ਰਾਂਤੀ ਹੋਈ ਸੀਗੀ ਜਾਂ ਬ੍ਰਿਟੇਨ 'ਚ ਕ੍ਰਾਂਤੀ ਹੋਈ ਸੀਗੀ, ਉਹਨਾਂ ਵਿਚਾਰਾਂ ਨੂੰ ਇੰਡੀਆ ਵੀ ਲੈ ਕੇ ਆਇਆ ਆਪਦੀ ਕ੍ਰਾਂਤੀ ਦੇ ਵਿੱਚ, ਆਪਦੀ ਆਜ਼ਾਦੀ ਲੜਾਈ ਦੇ ਵਿੱਚ। ਉਹ ਗਲੋਬਲਾਈਜੇਸ਼ਨ ਦਾ ਹੀ ਇੱਕ ਕਾਰਨ ਸੀਗਾ। ਹਾਂਜੀ, ਅਗਲਾ ਪੁਆਇੰਟ ਹੈ ਵੀ ਅਤੇ ਲਾਸਟ ਪੁਆਇੰਟ ਹੈਗਾ, ਡਿਵੈਲਪਡ ਕੰਟਰੀਜ਼ ਹੈਵ ਕੇਅਰਫੁਲੀ ਗਾਰਡਡ ਦੇਅਰ ਬਾਊਂਡਰੀਜ਼ ਵਿਦ ਵੀਜ਼ਾ ਪੋਲਿਸੀ ਟੂ ਇਨਸ਼ੋਰ ਦੈਟ ਸਿਟੀਜ਼ਨਸ ਆਫ ਅਦਰ ਕੰਟਰੀ ਕੈਨ ਨਾਟ ਟੇਕ ਅਵੇ ਦਾ ਜੋਬਸ ਆਫ ਦੇਅਰ ਓਨ ਸਿਟੀਜ਼ਨਸ। ਦੇਖੋ ਵੀ ਜਿਹੜੇ ਡਿਵੈਲਪਡ ਕੰਟਰੀ ਆ ਉਹ ਨਹੀਂ ਚਾਹੁੰਦੇ ਵੀ ਸਾਡੇ ਦੇਸ਼ ਦੇ ਲੋਕਾਂ ਦੀ ਜੋਬ ਹੈ ਜਿਹੜੀ ਉਹ ਬਾਹਰਲੇ ਦੇਸ਼ ਦੇ ਲੋਕ ਲੈਣ। ਇੱਕ ਕਾਰਨ ਹੋਰ ਵੀ ਹੋ ਸਕਦਾ ਹੈਗਾ, ਉਹ ਇਹ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੀ ਆਬਾਦੀ ਵਧੇ। ਇਸ ਕਰਕੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਨਾ, ਵਿਕਸਿਤ ਦੇਸ਼ ਹੁੰਦੇ ਆ, ਉਹ ਆਪਦੀ ਵੀਜ਼ਾ ਪੋਲਿਸੀ ਨੂੰ ਟਾਈਟ ਕਰ ਦਿੰਦੇ ਆ ਤਾਂ ਕਿ ਫੋਰਨਰ ਆਸਾਨੀ ਨਾਲ ਸਾਡੇ ਦੇਸ਼ ਦਾ ਵੀਜ਼ਾ ਨਾ ਲੈ ਸਕਣ। ਤਾਂ ਵੈਸੇ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਜਿਹੜੇ ਡਿਵੈਲਪਡ ਕੰਟਰੀ ਹੈਗੇ ਉਹ ਆਪਦੇ ਬਾਰਡਰ ਨੂੰ ਗਾਰਡ ਕਰਦੇ ਆ ਕੇਅਰਫੁਲੀ, ਅਤੇ ਉਹ ਵੀਜ਼ਾ ਪੋਲਿਸੀ ਨੂੰ ਕੀ ਕਰ ਦਿੰਦੇ ਆ, ਟਾਈਟ ਕਰ ਦਿੰਦੇ ਹੈਗੇ। ਕਿਉਂਕਿ ਉਹ ਦੂਜੇ ਦੇਸ਼ਾਂ ਦੇ ਸਿਟੀਜ਼ਨ ਨੂੰ ਆਪਦੇ ਦੇਸ਼ ਨਹੀਂ ਲਿਆਉਣਾ ਚਾਹੁੰਦੇ, ਅਤੇ ਉਹ ਆਪਦੇ ਦੇਸ਼ ਦੇ ਲੋਕਾਂ ਵਾਸਤੇ, ਆਪਦੇ ਨਾਗਰਿਕਾਂ ਵਾਸਤੇ ਜੋਬ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੈਗੇ। ਬਿਲਕੁਲ ਵੀ ਇਹ ਵੀ ਕਿਹਦਾ ਕਾਰਨ ਹੋਇਆ, ਇਕਨੋਮਿਕ ਕੰਸੀਕੁਐਂਸਿਸ ਦਾ ਹੋਇਆ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਗਲੋਬਲਾਈਜੇਸ਼ਨ ਕਰਕੇ ਬਹੁਤ ਸਾਰੇ ਅਦਰ ਕੰਟਰੀ ਦੇ ਨੇ ਜਿਹੜੇ ਸਿਟੀਜ਼ਨ ਹੈ ਉਹ ਆ ਸਕਦੇ ਹੈਗੇ। ਹਾਂਜੀ, ਤਾਂ ਕਰਕੇ ਉਹਨਾਂ ਨੇ ਵੀਜ਼ਾ ਪੋਲਿਸੀ ਜਿਹੜੀ ਉਹ ਟਾਈਟ ਕੀਤੀ ਹੈ। ਠੀਕ ਹੈ ਵੀ। ਹਾਂਜੀ ਬੱਚਿਓ, ਆਪਾਂ ਇੱਥੋਂ ਤੱਕ ਹੀ ਕਰਾਂਗੇ ਵੀ ਕਲਚਰ ਕੰਸੀਕੁਐਂਸਿਸ ਅਤੇ ਰਜਿਸਟੈਂਸ ਹੈ ਜਿਹੜੇ ਗਲੋਬਲਾਈਜੇਸ਼ਨ ਦੇ ਸਾਹਮਣੇ, ਜਾਂ ਇੰਡੀਆ 'ਤੇ ਕਿਵੇਂ ਰਜਿਸਟੈਂਸ ਕੀਤਾ ਗਾ। ਇਹ ਆਪਾਂ ਇੱਕ ਛੋਟੀ ਵੀਡੀਓ ਹੋਰ ਲੈ ਕੇ ਆਵਾਂਗੇ, ਫਿਰ ਇਹ ਲੰਬੀ ਹੋ ਜੂ ਜ਼ਿਆਦਾ ਵੀਡੀਓ, ਤਾਂ ਫਿਰ ਇਹ ਚੈਪਟਰ ਕੰਪਲੀਟ ਹੋ ਜੂਗਾ। ਇੱਕ ਪਾਰਟ ਆਪਾਂ ਇਹਦੇ 'ਤੇ ਹੋਰ ਲੈ ਕੇ ਆਵਾਂਗੇ। ਤਾਂ ਮੈਨੂੰ ਉਮੀਦ ਆ ਬੱਚਿਓ ਇੱਥੋਂ ਤੱਕ ਤੁਹਾਨੂੰ ਸਭ ਕਲੀਅਰ ਹੋ ਗਿਆ ਹੋਊਗਾ। ਬਹੁਤ ਹੀ ਆਸਾਨ ਚੈਪਟਰ ਹੈ, ਬਹੁਤ ਹੀ ਇੰਟਰਸਟਿੰਗ ਚੈਪਟਰ ਹੈਗਾ, ਅਤੇ ਆਪਾਂ ਨੂੰ ਇਹ ਤੋਂ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਹੈਗਾ। ਅਤੇ ਮੈਨੂੰ ਮੈਂ ਚਾਹੁੰਦਾ ਗਾ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ। ਜੇ ਕੋਈ ਸਮੱਸਿਆ ਹੁੰਦੀ ਹੈ ਤੁਸੀਂ ਦੱਸਿਆ ਕਰੋ, ਅਤੇ ਬਸ ਪਹਿਲਾ ਜਿਹੜਾ ਪਾਰਟ ਆ ਉਹ ਆਪਣਾ ਬਹੁਤ ਜਲਦੀ ਪੂਰਨ ਹੋਣ ਵਾਲਾ ਗਾ। ਕਮੈਂਟ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰੋ,
ਅਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਜੀ ਵੈਰੀ ਮੱਚ।